ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਕਹਾਣੀਆਂ 'ਚ। ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ। ਮੈਂ ਕਾਫੀ ਦਿਨਾਂ ਤੋਂ ਤੈਨੂੰ ਕਹਿ ਰਹੀ ਹਾਂ ਕਿ ਕੁੜੀ ਨਹੀਂ ਚਾਹੀਦੀ ਸਾਨੂੰ, ਪਹਿਲੀ ਔਲਾਦ ਮੁੰਡਾ ਹੀ ਚਾਹੀਦਾ ਏ। ਤੇਰੀ ਜਠਾਣੀ ਦੇ ਵੀ ਮੁੰਡਾ ਹੋਇਆ ਤੇ ਮੇਰੇ ਵੀ ਮੁੰਡੇ ਹੀ ਹੋਏ ਨੇ ਤੇ ਤੇਰੇ ਵੀ ਮੁੰਡਾ ਹੀ ਹੋਣਾ ਚਾਹੀਦਾ ਹੈ। ਆਪਣੀ ਮਾਂ ਨਾਲ ਕੱਲ੍ਹ ਹੀ ਹਸਪਤਾਲ ਜਾ ਕੇ ਕੱਲ੍ਹ ਹੀ ਗਰਭਪਾਤ ਕਰਵਾ ਕੇ ਆ। ਸੁਣ ਗਿਆ ਤੈਨੂੰ? ਹਰਮਨ ਦੀ ਸੱਸ ਇੱਕੋ ਸਾਹ ਵਿੱਚ ਦਿਲ ਚੀਰਵੇਂ ਸ਼ਬਦ ਬੋਲਦੀ ਹੈ। ਕਿਵੇਂ ਪੁੱਤ ਬਣ ਖੜੀ ਹਰਮਨ ਆਪਣੀ ਸੱਸ ਨੂੰ ਕੁਝ ਨਾ ਕਹਿ ਸਕੀ। ਉਸ ਨੂੰ ਇਹ ਗੱਲ ਦਾ ਬਹੁਤ ਹੀ ਪਛਤਾਵਾ ਲੱਗ ਗਿਆ ਕਿ ਸੱਸ ਦੀ ਗੱਲ ਉਸ ਦੀ ਮਾਂ ਨੂੰ ਮੰਨਣੀ ਹੀ ਨਹੀਂ ਚਾਹੀਦੀ ਸੀ। ਮਾਂ ਮੇਰੀ ਸੱਸ ਦੇ ਪਿੱਛੇ ਲੱਗ ਕੇ ਜਾਂਚ ਹੀ ਨਾ ਕਰਵਾਉਂਦੀ ਤੇ ਨਾ ਹੀ ਇਹਨਾਂ ਨੂੰ ਗਰਭ ਵਿੱਚ ਪਲਦੀ ਕੁੜੀ ਦਾ ਪਤਾ ਲੱਗਦਾ। ਉਹ ਇਹ ਵੀ ਨਹੀਂ ਸੀ ਸਮਝ ਪਾ ਰਹੇ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਸਮਾਜ ਸੇਵਿਕਾ ਬਿਸ਼ਨ ਕੌਰ ਹਰਮਨ ਦੀ ਸੱਸ ਆਪਣੀ ਔਲਾਦ ਬਾਰੇ ਕੀ ਸੋਚ ਰੱਖਦੀ ਆ। ਅਜੇ ਕੱਲ੍ਹ ਹੀ ਮੰਮੀ ਨੇ ਧੀਆਂ ਬਚਾਓ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਬਹੁਤ ਹੀ ਸੋਹਣੇ ਵਿਚਾਰ ਪੇਸ਼ ਕੀਤੇ ਗਏ ਸੀ ਕਿ ਉਹ ਸਭ ਦਿਖਾਵਾ ਸੀ। ਦੁਨੀਆ ਦੀ ਨਜ਼ਰ ਵਿੱਚ ਚੰਗੇ ਬਣ ਕੇ ਦਿਖਾਉਣ ਨਾਲ ਕੀ ਹੋ ਜਾਊ ਜੇ ਆਪਣੇ ਬੱਚਿਆਂ ਲਈ ਇੱਕ ਬਾਂ ਸੋਚ ਸਹੀ ਰੱਖੇ। ਫੋਨ ਦੀ ਬੈਲ ਵੱਜੀ, ਨਾਲ ਹੀ ਹਰਮਨ ਦੀਆਂ ਸੋਚਾਂ ਦੀ ਲੜੀ ਟੁੱਟ ਗਈ। ਹੈਲੋ, ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਠੀਕ ਹੋ ਤੁਸੀਂ? ਘਰ ਸਾਰੇ ਠੀਕ ਠਾਕ ਆ? ਤੁਸੀਂ ਦੱਸੋ ਭਾਬੀ ਜੀ ਮੰਮੀ ਜੀ ਕਿਵੇਂ ਨੇ? ਪਾਪਾ ਠੀਕ ਨੇ? ਭਰਾ ਬੋਲਿਆ। ਹਾਂ ਭੈਣ, ਸਭ ਠੀਕ ਠਾਕ ਆ। ਤੂੰ ਦੱਸ ਕਿਵੇਂ ਆ? ਸਭ ਰਾਜੀ ਖੁਸ਼ੀ? ਮੈਂ ਤੇ ਤੇਰੀ ਭਾਬੀ ਤੇਰੇ ਕੋਲ ਆਉਣ ਬਾਰੇ ਸੋਚ ਰਹੇ ਸੀ। ਭਰਾ ਇੱਕੋ ਸ਼ਬਦ ਵਿੱਚ ਬੋਲ ਪਿਆ। ਵੀਰ ਜੀ ਤੁਸੀਂ ਰਹਿਣ ਦਿਓ, 1-2 ਦਿਨ ਵਿੱਚ ਮੈਂ ਹੀ ਆ ਜਾਣਾ, ਨਾਲੇ ਮੰਮੀ ਨੂੰ ਮਿਲ ਲਵਾਂਗੀ। ਚੰਗਾ ਭੈਣ, ਜਿਵੇਂ ਤੈਨੂੰ ਠੀਕ ਲੱਗੇ। ਹਰਮਨ ਫੋਨ ਕੱਟ ਕੇ ਰੋਣ ਲੱਗੀ। ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਜੇ ਉਸ ਦੀ ਭਾਬੀ ਆਈ ਤਾਂ ਉਸ ਦੀ ਸੱਸ ਨੇ ਫਿਰ ਉਹੀ ਭਰੂਣ ਹੱਤਿਆ ਵਾਲੀ ਗੱਲ ਨੂੰ ਲੈ ਕੇ ਬੈਠ ਜਾਣਾ ਏ। ਹੰਝੂ ਸਾਫ਼ ਕਰਦੇ ਹੋਏ ਦੁਪਹਿਰ ਦੀ ਰੋਟੀ ਤਿਆਰ ਕਰਦੀ, ਸਭ ਨੂੰ ਖਾਣਾ ਖਵਾ ਦਿੱਤਾ, ਪਰ ਉਸ ਦੇ ਬੁਰਕੀ ਨਾ ਲੰਘੀ। ਸ਼ਾਮ ਨੂੰ ਜਦੋਂ ਉਸ ਦੇ ਪਤੀ ਲਾਲੀ ਨੂੰ ਚਾਹ ਦੇ ਕੇ ਕੋਲ ਬੈਠ ਸੱਸ ਦੁਆਰਾ ਸੁਣਾਏ ਫੈਸਲੇ ਦਾ ਜ਼ਿਕਰ ਕਰਦੀ, ਫਿਰ ਰੋ ਪੈਂਦੀ। ਉਸ ਨੂੰ ਇਹ ਸਮਝ ਹੀ ਨਹੀਂ ਆ ਰਿਹਾ ਸੀ ਇੰਨਾ ਪੜ੍ਹਿਆ ਲਿਖਿਆ ਪਰਿਵਾਰ ਅਜਿਹੀਆਂ ਗੱਲਾਂ ਕਿਉਂ ਕਰਦਾ ਏ। ਲਾਲੀ ਨੇ ਉਸ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਮੈਂ ਕਰਦਾ ਮੰਮੀ ਨਾਲ ਗੱਲ, ਤੂੰ 2-3 ਦਿਨ ਪੇਕੇ ਜਾ ਆ, ਨਾਲੇ ਤੇਰਾ ਮਨ ਹੋਰ ਹੋ ਜਾਊ। ਹਰਮਨ ਨੂੰ ਵੀ ਲਾਲੀ ਦਾ ਕਿਹਾ ਸਹੀ ਲੱਗਾ। ਅਗਲੀ ਸਵੇਰ ਹਰਮਨ ਪੇਕਿਆਂ ਲਈ ਤਿਆਰ ਹੋ ਗਈ। ਬਿਸ਼ਨ ਕੌਰ ਉਸ ਕੋਲ ਆਈ ਤੇ ਕਹਿਣ ਲੱਗੀ, ਹੁਣ ਸਿਆਪਾ ਗਲੋਂ ਉਤਾਰ ਕੇ ਆਈ, ਕਿਤੇ ਤੂੰ ਸਾਡੇ ਟੱਬਰ ਵਿੱਚ ਮੁੰਡਾ ਹੋਣ ਵਾਲੀ ਰੀਤ ਤੋੜਨ ਲੱਗੀ ਏ। ਤੇਰੀ ਮਾਂ ਦਾ ਤਾਂ ਆਪਣਾ ਹਸਪਤਾਲ ਆ, ਕਿਸੇ ਨੂੰ ਕੰਨੋ ਕੰਨੀ ਖਬਰ ਵੀ ਨਹੀਂ ਪੈਣੀ। ਹਰਮਨ ਚੁੱਪਚਾਪ ਉੱਠ ਕੇ ਆਪਣਾ ਬੈਗ ਲੈ ਕੇ ਮਾਂ ਦੇ ਘਰ ਨੂੰ ਚਲੀ ਗਈ। ਉਸ ਨੂੰ ਪੂਰੀ ਉਮੀਦ ਸੀ ਕਿ ਲਾਲੀ ਆਪਣੀ ਮਾਂ ਨੂੰ ਸਮਝਾ ਦੇਵੇਗਾ, ਪਰ ਸੱਸ ਦੇ ਅੜੀਅਲ ਸੁਭਾਅ ਤੋਂ ਜਾਣੂ ਸੀ। ਰੱਬ ਅੱਗੇ ਅਰਦਾਸ ਕਰਦੀ ਹਰਮਨ ਆਪਣੇ ਪੇਕੇ ਘਰ ਪਹੁੰਚ ਜਾਂਦੀ। ਹਰਮਨ ਦੀ ਮੰਮੀ ਰਜਨੀ ਬਹੁਤ ਪਿਆਰ ਨਾਲ ਆਪਣੀ ਧੀ ਨੂੰ ਮਿਲਦੀ ਆ। ਹਰਮਨ ਸੋਚਦੀ ਆ ਕਿ ਕਿੰਨੀ ਚੰਗੀ ਆ ਉਸ ਦੀ ਮਾਂ। ਸਿਰਫ ਜਨਮ ਹੀ ਨਹੀਂ ਦਿੱਤਾ, ਬਲਕਿ ਕਦੇ ਵੀ ਮੇਰੇ 'ਚ ਅਤੇ ਵੀਰੇ ਵਿੱਚ ਕਦੇ ਵੀ ਫਰਕ ਨਹੀਂ ਕੀਤਾ। ਹਰਮਨ ਦੀ ਭਾਬੀ ਚਾਹ ਲੈ ਕੇ ਆਉਂਦੀ ਆ ਅਤੇ ਨਣਦ ਨਾਲ ਗੱਲਾਂ ਕਰਦੀ ਆ ਤੇ ਫਿਰ ਹਰਮਨ ਆਪਣੀ ਭਾਬੀ ਨੂੰ ਦੱਸਦੀ ਆ ਕਿ ਮੇਰੀ ਸੱਸ ਮੈਨੂੰ ਪਾਪ ਕਰਨ ਨੂੰ ਕਹਿੰਦੀ ਆ। ਉਸ ਦੀ ਭਾਬੀ ਆਪਣੀ ਸੱਸ 'ਤੇ ਮਾਣ ਕਰਦੀ ਤੇ ਕਹਿੰਦੀ, ਮੇਰੀ ਵੀ ਤੇ ਪਹਿਲੀ ਔਲਾਦ ਧੀ ਹੀ ਸੀ, ਪਰ ਮੰਮੀ ਜੀ ਨੇ ਮੈਨੂੰ ਕਦੇ ਵੀ ਕੁਝ ਨਹੀਂ ਕਿਹਾ ਤੇ ਨਾ ਹੀ ਸਾਗਰ ਤੇ ਖੁਸ਼ੀ ਦੇ ਵਿੱਚ ਕੋਈ ਭੇਦਭਾਵ ਕੀਤਾ ਏ। ਹਰਮਨ, ਹਾਂਜੀ ਭਾਬੀ ਜੀ, ਮੈਂ ਵੀ ਇਹ ਸੋਚਦੀ ਹਾਂ ਕਿ ਕਿੰਨਾ ਫਰਕ ਹੈ ਮੇਰੀਆਂ ਦੋਵਾਂ ਮਾਵਾਂ ਵਿੱਚ। ਕਾਸ਼ ਮੇਰੀ ਵੀ ਸੱਸ ਮੇਰੀ ਮਾਂ ਵਰਗੀ ਹੁੰਦੀ ਤੇ ਮੇਰਾ ਦਰਦ ਸਮਝਦੀ। ਰਜਨੀ ਹਰਮਨ ਦੀ ਮਾਂ ਦੂਰ ਤੋਂ ਹੀ ਦੋਹਾਂ ਦੀਆਂ ਗੱਲਾਂ ਸੁਣ ਬੁੱਤ ਬਣੀ ਖੜੀ ਸੀ, ਕਿਉਂਕਿ
ਉਸ ਨੇ ਵੀ ਬਹੁਤ ਪਾਪ ਕੀਤੇ ਸੀ ਜੋ ਉਸ ਦੀ ਔਲਾਦ ਨੂੰ ਵੀ ਨਹੀਂ ਪਤਾ ਸੀ। ਹਰਮਨ ਆਪਣੀ ਮਾਂ ਨੂੰ ਆਪਣੀ ਸੱਸ ਨੂੰ ਸਮਝਾਉਣ ਲਈ ਕਹਿੰਦੀ ਹੈ। ਆਪਣੀਆਂ ਸੋਚਾਂ ਵਿੱਚ ਖੋਈ ਹਰਮਨ ਦੀ ਮਾਂ ਸਿਰ ਹਿਲਾਉਂਦੀ ਹੈ, ਪਰ ਸੋਚ ਤਾਂ ਇਹ ਹੀ ਰਹੀ ਸੀ ਕਿ ਕਿਸ ਮੂੰਹ ਨਾਲ ਸਮਝਾਵਾਂ ਹਰਮਨ ਦੀ ਸੱਸ ਨੂੰ। ਮਾਂ ਅੱਜ ਰੋਟੀ ਖਾਧੇ ਬਿਨਾਂ ਹੀ ਆਪਣੇ ਕਮਰੇ ਵਿੱਚ ਚਲੀ ਗਈ। ਨੀਂਦ ਤਾਂ ਅੱਜ ਉਸ ਨੂੰ ਆਉਣੀ ਨਹੀਂ ਸੀ। ਇੱਕ ਪਾਸੇ ਧੀ ਲਈ ਫਿਕਰਮੰਦ ਸੀ ਤੇ ਦੂਜੇ ਪਾਸੇ ਅਤੀਤ ਬਾਰੇ ਸੋਚ ਕੇ ਬਹੁਤ ਜ਼ਿਆਦਾ ਬੇਚੈਨ ਹੋ ਰਹੀ ਸੀ। ਉਸ ਨੇ ਨੀਂਦ ਵਾਲੀ ਗੋਲੀ ਦਾ ਸਹਾਰਾ ਲਿਆ, ਫਿਰ ਵੀ ਕੰਨਾਂ ਵਿੱਚ ਉਹ ਰੂਹ ਨੂੰ ਤੜਫਾਉਣ ਦੀਆਂ ਆਵਾਜ਼ਾਂ ਗੂੰਜ ਰਹੀਆਂ ਸੀ। ਨਾ ਮਾਰੋ, ਨਾ ਮਾਰੋ, ਮੇਰੀ ਅਣਜੰਮੀ ਧੀ ਨੇ ਡਾਕਟਰਾਂ ਦਾ ਕੀ ਵਿਗਾੜਿਆ ਏ। ਤੁਸੀਂ ਤਾਂ ਸਮਝ ਹੀ ਸਕਦੇ ਹੋ ਮੇਰੀ ਤਕਲੀਫ ਨੂੰ। ਤੁਹਾਡੇ ਵੀ ਤਾਂ ਧੀ ਹੈ, ਤੁਸੀਂ ਇਹ ਕਹਿਰ ਨਾ ਗੁਜ਼ਾਰੋ। ਕੋਈ ਵੀ ਬਹਾਨਾ ਲਗਾ ਸਕਦੇ ਹੋ ਕਿ ਗਰਭਪਾਤ ਨਹੀਂ ਹੋ ਸਕਦਾ। ਮੇਰੀ ਪਹਿਲੀ ਔਲਾਦ ਨੂੰ ਮੈਂ ਇਸ ਤਰ੍ਹਾਂ ਜਨਮ ਤੋਂ ਪਹਿਲਾਂ ਹੀ ਮਾਰਦੇ ਨਹੀਂ ਦੇਖ ਸਕਦੀ। ਇੰਜ ਕਰੋ, ਤੁਸੀਂ ਮੇਰੇ ਹੀ ਜ਼ਹਿਰ ਦਾ ਟੀਕਾ ਲਾ ਦਿਓ, ਕੰਮ ਹੀ ਨਿਬੜੇ। ਸਾਰੀ ਉਮਰ ਇਸ ਪਾਪ ਦੇ ਪਛਤਾਵੇ ਹੇਠਾਂ ਨਾ ਜਿਉਣਾ ਪਵੇ। ਉਸ ਸਮੇਂ ਇੱਕ ਮਾਂ ਦੀ ਪੀੜ ਨੂੰ ਅਣਗੌਲਿਆ ਕਰ ਦਿੱਤਾ ਸੀ, ਪਰ ਅੱਜ ਉਸੇ ਹੀ ਹਾਲਾਤਾਂ ਵਿੱਚ ਆਪਣੀ ਧੀ ਨੂੰ ਦੇਖ ਰਜਨੀ ਦਾ ਕਲੇਜਾ ਮੂੰਹ ਨੂੰ ਆ ਗਿਆ ਸੀ। ਰਜਨੀ ਨੇ ਇੱਕ ਅਣਜੰਮੀ ਧੀ ਨਹੀਂ ਸੀ, ਪਤਾ ਨਹੀਂ ਕਿੰਨੀਆਂ ਕੁ ਧੀਆਂ ਕੁੱਖ 'ਚ ਕਤਲ ਕੀਤੀਆਂ ਹੋਣਗੀਆਂ। ਇੱਥੋਂ ਤੱਕ ਕਿ ਮਾਇਆ ਦੀ ਭੁੱਖ ਨੇ ਉਸ ਨੂੰ ਅੰਨ੍ਹੀ ਕਰ ਦਿੱਤਾ ਸੀ ਕਿ ਗਰਭ 'ਚ ਪਲ ਰਹੇ ਕੁਝ ਮੁੰਡਿਆਂ ਨੂੰ ਵੀ ਕੁੜੀ ਦੱਸ ਕੇ ਪਾਪ ਕਰ ਚੁੱਕੀ ਸੀ। ਹੁਣ ਸਿਵਾਏ ਪਛਤਾਵੇ ਦੇ ਕਰ ਵੀ ਕੀ ਸਕਦੀ ਸੀ, ਪਰ ਧੀ ਲਈ ਕੁੜਮਣੀ ਨਾਲ ਗੱਲ ਤੇ ਕਰਨੀ ਪੈਣੀ ਸੀ। ਸਾਰੀ ਰਾਤ ਸੋਚਾਂ ਵਿੱਚ ਕਿ ਕਿਵੇਂ ਨਿਕਲ ਗਈ, ਰਜਨੀ ਨੂੰ ਪਤਾ ਹੀ ਨਾ ਲੱਗਾ ਕਿ ਸਵੇਰ ਵੇਲੇ ਗੁਰੂ ਘਰ ਵਿੱਚੋਂ ਆਵਾਜ਼ਾਂ ਆਉਣ ਨਾਲ ਉਸ ਦੀ ਸੋਚਾਂ ਦੀ ਲੜੀ ਟੁੱਟਦੀ ਹੈ। ਦਿਨ ਚੜ੍ਹਦਿਆਂ ਹੀ ਰਜਨੀ ਹਰਮਨ ਨੂੰ ਦਿਲਾਸਾ ਦਿੰਦੇ ਹੋਏ ਉਸ ਦੀ ਸੱਸ ਬਿਸ਼ਨ ਕੌਰ ਨੂੰ ਸਮਝਾਉਣ ਬਾਰੇ ਆਖਦੀ ਹੈ। ਰਜਨੀ ਆਪਣੀ ਕੁੜਮਣੀ ਬਿਸ਼ਨ ਕੌਰ ਕੋਲ ਪਹੁੰਚ ਜਾਂਦੀ ਹੈ। ਉਹ ਵੀ ਆਓ ਭਗਤ ਵਧੀਆ ਕਰਦੇ ਹਨ, ਪਰ ਰਜਨੀ ਛੇਤੀ ਹੀ ਮੁੱਦੇ ਦੀ ਗੱਲ ਕਰਦੀ ਹੋਈ ਧੀਆਂ ਦੀਆਂ ਖੁਸ਼ੀਆਂ ਸੋਚਦੀ ਹੋਈ ਬਿਸ਼ਨ ਕੌਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ। ਬਿਸ਼ਨ ਕੌਰ ਆਪਣੇ ਫੈਸਲੇ ਤੇ ਹੀ ਸੀ। ਲਾਲੀ ਵੀ ਬਹੁਤ ਵਾਰ ਮਾਂ ਨਾਲ ਇਸ ਵਿਸ਼ੇ ਤੇ ਗੱਲ ਕਰ ਚੁੱਕਿਆ ਸੀ, ਪਰ ਹੁਣ ਉਹ ਵੀ ਲਾਚਾਰ ਹੀ ਮਹਿਸੂਸ ਕਰ ਰਿਹਾ ਸੀ। ਹਰਮਨ ਦੀ ਮਾਂ ਬਿਸ਼ਨ ਕੌਰ ਕੋਲੋਂ ਵਿਦਾ ਲੈਂਦੀ ਹੈ ਅਤੇ ਘਰ ਜਾ ਕੇ ਧੀ ਨੂੰ ਕਹਿੰਦੀ ਹੈ ਕਿ ਹੁਣ ਉਹ ਸਹੁਰੇ ਘਰ ਨਹੀਂ ਜਾਵੇਗੀ। ਹਰਮਨ, ਮੰਮੀ, ਇਹ ਨਹੀਂ ਹੋ ਸਕਦਾ। ਇਸ ਤਰ੍ਹਾਂ ਇਸ ਮਸਲੇ ਦਾ ਕੋਈ ਹੱਲ ਨਹੀਂ। ਰਜਨੀ, ਤੇਰੀ ਸੱਸ ਨੇ ਕੋਈ ਅਸਰ ਨਹੀਂ ਕੀਤਾ ਮੇਰੀ ਗੱਲ ਦਾ। ਮੈਂ ਤੇ ਬਹੁਤ ਸਮਝਾਇਆ। ਲਾਲੀ ਦੀ ਵੀ ਕਿਸੇ ਵੀ ਗੱਲ ਦਾ ਅਸਰ ਨਹੀਂ ਕੀਤਾ। ਉਹ ਆਪਣੇ ਆਪ ਨੂੰ ਸਹੀ ਮੰਨਦੀ ਹੈ। ਹਰਮਨ, ਪਰ ਮੰਮੀ ਨੇ ਹਾਲੇ ਤੱਕ ਇੰਨਾ ਹੀ ਕਿਹਾ ਸੀ ਕਿ ਰਜਨੀ ਉਸ ਨੂੰ ਚੁੱਪ ਕਰਕੇ ਦਿਨ ਵਿਚਾਰਨ ਲਈ ਕਹਿ ਦਿੰਦੀ ਹੈ। ਅਗਲੀ ਸਵੇਰ ਰਜਨੀ ਆਪਣੇ ਹਸਪਤਾਲ ਜਾ ਕੇ ਮੀਟਿੰਗ ਕਰਦੀ ਹੈ ਅਤੇ ਇੱਕ ਫੈਸਲਾ ਲੈਂਦੀ ਹੈ ਕਿ ਮੇਰੇ ਹਸਪਤਾਲ ਵਿੱਚ ਕੁੜੀ ਦੇ ਜਨਮ ਹੋਣ ਤੇ ਇੱਕ ਵੀ ਪੈਸਾ ਨਹੀਂ ਲਿਆ ਜਾਵੇਗਾ। ਸਾਰੇ ਇੱਕਦਮ ਬੋਲੇ, ਇਸ ਤਰ੍ਹਾਂ ਕਰਨ ਨਾਲ ਉਹਨਾਂ ਨੂੰ ਕਾਫੀ ਨੁਕਸਾਨ ਹੋਵੇਗਾ। ਪਰ ਰਜਨੀ ਆਪਣੀ ਕੀਤੀ ਗਲਤੀਆਂ ਦੇ ਸਾਹਮਣੇ ਇਸ ਪੈਸੇ ਦੇ ਨੁਕਸਾਨ ਨੂੰ ਕੁਝ ਵੀ ਨਹੀਂ ਸੀ ਸਮਝਦੀ। ਆਖਿਰਕਾਰ ਰਜਨੀ ਦਲੀਲਾਂ ਦੇ ਕੇ ਡਾਕਟਰਾਂ ਨੂੰ ਆਪਣਾ ਫੈਸਲਾ ਮਨਾਉਣ ਵਿੱਚ ਕਾਮਯਾਬ ਹੋ ਜਾਂਦੀ ਹੈ ਤੇ ਹਸਪਤਾਲ ਦੇ ਬਾਹਰ ਧੀਆਂ ਜੰਮਣ ਤੇ ਮਿਲਣ ਵਾਲੀ ਇਸ ਸੁਗਾਤ ਬਾਰੇ ਬੋਰਡ ਉੱਤੇ ਲਿਖ ਕੇ ਲਗਾ ਦਿੱਤਾ ਜਾਂਦਾ। ਰਜਨੀ ਬੋਰਡ ਲੱਗਾ ਦੇਖ ਆਪਣੇ ਮਨ ਅੰਦਰ ਖੁਸ਼ ਹੁੰਦੀ ਹੈ। ਮਨ ਅੰਦਰ ਉੱਠਦੇ ਵਲਵਲਿਆਂ ਨੂੰ ਕੁਝ ਠੱਲ ਪਈ ਮਹਿਸੂਸ ਕਰਦੀ। ਉਧਰ ਹਰਮਨ ਦੀ ਸੱਸ ਆਪਣੀ ਜਿੱਦ ਤੇ ਅੜੀ ਸੀ। ਦੁਖੀ ਲਾਲੀ ਹਰਮਨ ਨੂੰ ਆਪਣੀ ਮਾਂ ਕੋਲ ਕੁਝ ਦਿਨ ਹੋਰ ਰੁਕਣ ਦੀ ਸਲਾਹ ਦਿੰਦਾ ਕਿ ਕੁੜੀ ਦੇ ਜਨਮ ਹੋਣ ਤੋਂ ਬਾਅਦ ਖੁਦ ਹੀ ਸਵੀਕਾਰ ਕਰ ਲਵੇਗੀ। ਸਮਾਂ ਬੀਤਦਾ ਗਿਆ ਤੇ ਹਰਮਨ ਨੇ ਬਹੁਤ ਹੀ ਪਿਆਰੀ ਜਿਹੀ ਬੱਚੀ ਨੂੰ ਜਨਮ ਦਿੱਤਾ। ਲਾਲੀ ਵੀ ਆਪਣੀ ਧੀ ਨੂੰ ਬਾਹਾਂ ਵਿੱਚ ਲੈ ਕੇ ਬਹੁਤ ਖੁਸ਼ ਹੁੰਦਾ ਹੈ,
ਪਰ ਆਪਣੀ ਮਾਂ ਦੇ ਵਿਵਹਾਰ ਕਾਰਨ ਦੁਖੀ ਸੀ। ਬਿਸ਼ਨ ਕੌਰ ਹਸਪਤਾਲ ਆਉਣ ਲਈ ਤਿਆਰ ਹੁੰਦੀ, ਲਾਲੀ ਨੂੰ ਫੋਨ ਕਰਕੇ ਬੁਲਾਉਂਦੀ ਹੈ, ਪਰ ਉਹ ਸਾਫ਼ ਮਨਾ ਕਰ ਦਿੰਦਾ। ਹਰਮਨ ਆਪਣੀ ਧੀ ਨੂੰ ਸਲਾਮਤੀ ਨਾਲ ਇਸ ਜੱਗ ਵਿੱਚ ਲੈ ਕੇ ਆਉਣ ਕਾਰਨ ਬਹੁਤ ਖੁਸ਼ ਸੀ, ਪਰ ਇੱਕ ਚਿੰਤਾ ਉਸ ਨੂੰ ਖਾ ਰਹੀ ਸੀ ਕਿ ਕਿਸ ਤਰ੍ਹਾਂ ਸਹੁਰੇ ਘਰ ਵਿੱਚ ਜਾਏਗੀ। ਸਾਰੀ ਉਮਰ ਮੈਂ ਆਪਣੀ ਮਾਂ ਦੇ ਘਰ ਤਾਂ ਬੈਠੀ ਨਹੀਂ ਰਵਾਂਗੀ। ਲਾਲੀ ਤੇ ਉਸ ਦੀ ਭਾਬੀ ਉਸ ਨੂੰ ਭਰੋਸਾ ਦਿੰਦੇ ਨੇ। ਹਰਮਨ ਦੀਆਂ ਅੱਖਾਂ ਆਪਣੀ ਸੱਸ ਨੂੰ ਲੱਭ ਰਹੀਆਂ ਸੀ। ਉਡੀਕ ਸੀ ਕਿ ਕਦੋਂ ਉਹ ਆ ਕੇ ਆਪਣੀ ਪੋਤੀ ਨੂੰ ਗੱਲ ਨਾਲ ਲਾਵੇਗੀ। ਉਸ ਦਾ ਭਰਾ ਉਹਦੀ ਸੱਸ ਨੂੰ ਲੈ ਕੇ ਆ ਜਾਂਦਾ। ਸੱਸ ਨੂੰ ਦੇਖ ਕੇ ਹਰਮਨ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਉਹ ਆਦਰ ਸਤਿਕਾਰ ਨਾਲ ਆਪਣੀ ਸੱਸ ਨੂੰ ਮਿਲਦੀ। ਸੱਸ ਹਰਮਨ ਤੇ ਨਵੀਂ ਪੋਤੀ ਨੂੰ ਪਿਆਰ ਦਿੰਦੀ। ਬੇਸ਼ੱਕ ਬਿਸ਼ਨ ਕੌਰ ਨੂੰ ਘਰੋਂ ਹਰਮਨ ਦਾ ਭਰਾ ਮਿੰਨਤਾਂ ਤਰਲੇ ਕਰਕੇ ਲੈ ਕੇ ਆਇਆ ਸੀ, ਪਰ ਹਸਪਤਾਲ ਆ ਕੇ ਬਾਹਰ ਲੱਗੇ ਬੋਰਡ ਨੂੰ ਪੜ੍ਹ ਕੇ ਉਸ ਨੂੰ ਸ਼ਰਮ ਮਹਿਸੂਸ ਹੁੰਦੀ ਕਿ ਉਸ ਦੀ ਸੋਚ ਕਿੰਨੀ ਗਲਤ ਸੀ। ਜਦੋਂ ਉਹ ਆਪਣੀ ਪੋਤੀ ਨੂੰ ਦੇਖਦੀ ਆ ਤਾਂ ਉਸ ਨੂੰ ਇੰਜ ਜਾਪਦਾ ਕਿ ਰੱਬ ਨੇ ਪਾਪ ਦੀ ਭਾਗੀਦਾਰ ਹੋਣ ਤੋਂ ਬਚਾ ਲਿਆ। ਉਹ ਸਭ ਦਾ ਦਿਲੋਂ ਧੰਨਵਾਦ ਕਰਦੀ। ਰਜਨੀ ਮੂੰਹੋਂ ਕੁਝ ਨਹੀਂ ਬੋਲ ਪਾਉਂਦੀ, ਕਿਉਂਕਿ ਉਹ ਜਾਣਦੀ ਹੈ ਕਿ ਉਹ ਤਾਂ ਖੁਦ ਬਹੁਤ ਪਾਪ ਕਰ ਚੁੱਕੀ ਸੀ, ਪਰ ਉਹ ਖੁਦ ਨੂੰ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਸਮਝਦੀ ਹੈ ਕਿ ਉਸ ਦੇ ਬੱਚਿਆਂ ਨੂੰ ਉਸ ਦੇ ਅਤੀਤ ਵਿੱਚੋਂ ਕੀਤੇ ਪਾਪਾਂ ਦਾ ਫਲ ਨਹੀਂ ਭੁਗਤਣਾ ਪਿਆ। ਕਿਤੇ ਨਾ ਕਿਤੇ ਮਨ ਸੰਤੁਸ਼ਟ ਵੀ ਮਹਿਸੂਸ ਕਰ ਰਿਹਾ ਸੀ ਕਿ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਉਸ ਨੇ ਕੁੜੀ ਦੇ ਜਨਮ ਹੋਣ 'ਤੇ ਪੈਸਾ ਨਾ ਲੈਣ ਵਾਲਾ ਫੈਸਲਾ ਲਿਆ। ਅੱਜ ਇਸ ਕਰਕੇ ਬਿਸ਼ਨ ਕੌਰ ਦੀ ਸੋਚ ਬਦਲੀ। ਕੱਲ੍ਹ ਨੂੰ ਹੋਰਾਂ ਦੀ ਵੀ ਸੋਚ ਵਿੱਚ ਸੁਧਾਰ ਹੋਵੇਗਾ। ਕਿਸੇ ਮਾਂ ਨੂੰ ਇਸ ਪਾਪ ਦਾ ਬੋਝ ਢੋਣ ਦੀ ਲੋੜ ਨਹੀਂ ਰਹੇਗੀ ਅਤੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਕਿਸੇ ਧੀ ਨੂੰ ਮਰਨਾ ਨਹੀਂ ਪਵੇਗਾ। ਅੱਜ ਕੱਲ੍ਹ ਧੀਆਂ ਕਿਸੇ ਤੋਂ ਘੱਟ ਨਹੀਂ। ਉਹ ਕਿਹੜਾ ਕੰਮ ਆ ਜੋ ਧੀਆਂ ਨਹੀਂ ਕਰ ਸਕਦੀਆਂ। ਕੁੜੀਆਂ ਨੇ ਅੰਤਰਰਾਸ਼ਟਰ ਤੱਕ ਮੱਲਾਂ ਮਾਰੀਆਂ ਨੇ। ਧੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਰੋਸ਼ਨ ਕਰ ਰਹੀਆਂ ਨੇ। ਗਰਭ ਵਿੱਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਨਾ ਜਾਂ ਕਰਵਾਉਣਾ ਕਾਨੂੰਨੀ ਜੁਰਮ ਹੈ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ, ਤੇ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆ ਕੇ ਜ਼ਰੂਰ ਦੱਸਣਾ। ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਕਹਾਣੀ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕੱਲ੍ਹ ਕਿਸੇ ਹੋਰ ਨਵੀਂ ਕਹਾਣੀ ਨਾਲ। ਤਦ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।